ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਜੁਗੋ ਜੁਗਾ ਟਲ ਗੁਰਤਾ ਗੱਦੀ ਤੇ ਸ਼ੁਭਾਏ ਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਸਤਿਗੁਰੂ ਜੀ ਦੀ ਨਜ਼ਰ ਦਾ ਸਦਕਾ ਸੰਧਿਆ ਦੇ ਵੇਲੇ ਤ੍ਰਿਕਾਲਾਂ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ। ਉਪਰੰਤ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਗੁਰੂ ਕੀ ਬਾਣੀ ਦਾ ਕੀਰਤਨ ਰਹਿਰਾਸ ਸਾਹਿਬ ਦੇ ਪਾਠ ਸਰਵਣ ਕੀਤੇ। ਹੁਣ ਗੁਰੂ ਕੀ ਕਥਾ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਮਿਲ ਰਿਹਾ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਖਾਲਸਾ ਜੀ ਆਪਾਂ ਪਿਛਲੇ ਲੰਮੇ ਸਮੇਂ ਤੋਂ ਸਰਵਣ ਕਰਦੇ ਆ ਰਹੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅਨੇਕਾਂ ਜੀਵਨ ਦੇ ਕੌਤਕਾਂ ਨੂੰ ਆਪਾਂ ਨੇ ਸਰਵਣ ਕੀਤਾ ਹੈ। ਵਰਤਮਾਨ ਸਮੇਂ ਵਿੱਚ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਕਥਾ ਹੁਣ ਚੱਲ ਰਹੀ ਹੈ, ਇਸ ਸਥਾਨ ਦੇ ਉੱਤੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਿਰਾਜ ਰਹੇ ਹਨ। ਇੱਕ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਲੱਗਿਆ ਹੋਇਆ ਹੈ। ਦੀਵਾਨ ਦੇ ਵਿੱਚ ਗੁਰੂ ਕੀਆਂ ਸੰਗਤਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਿਵੇਂ ਆ ਕੇ ਦਰਸ਼ਨ ਦੀਦਾਰੇ ਕੀਤੇ ਹੈ। ਸੋ ਆਓ ਆਪਾਂ ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਨਾਲ ਹੋਏ ਬਚਨ ਬਿਲਾਸ, ਸਤਿਗੁਰਾਂ ਨੇ ਕਿਵੇਂ ਸ਼ਸਤਰਾਂ ਨੂੰ ਧਾਰਨ ਕਰਨ ਦਾ ਵਿਸ਼ੇਸ਼ ਹੁਕਮ ਦਿੱਤਾ, ਇਹ ਸਾਰਾ ਪ੍ਰਸੰਗ ਪਿਆਰ ਨਾਲ ਸਰਵਣ ਕਰੀਏ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਇੱਕ ਦਿਨ ਬੈਠੇ ਸਭਾ ਸ਼੍ਰੀ ਗੋਬਿੰਦ ਸਿੰਘ ਰਾਏ। ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਤਿਹਾਸ ਦਾ ਇਹ ਅਗਲਾ ਅੰਸੂ ਅਗਲਾ ਪ੍ਰਸੰਗ ਆਰੰਭ ਕਰਦੇ ਹੋਏ ਲਿਖਦੇ ਹਨ ਕਿ ਇੱਕ ਦਿਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜੀ, ਉਹਨਾਂ ਦਾ ਦੀਵਾਨ ਸਜਿਆ ਹੋਇਆ ਸਤਿਗੁਰੂ ਜੀ ਸਭਾ ਦੇ ਵਿੱਚ ਦਰਬਾਰ ਦੇ ਵਿੱਚ ਸਥਿਤ ਹਨ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਰਾਜਾ ਰੂਪ ਹਨ ਸਭਾ ਵਿੱਚ ਬੈਠੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਬਹੁਤ ਸਾਰੇ ਖਾਲਸੇ ਗੁਰੂ ਕੀਆਂ ਸੰਗਤਾਂ ਤਿਆਰ-ਬਾਰ ਤਿਆਰ ਸਿੰਘ ਬੈਠੇ ਹਨ। ਮਾਨੋ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਕੁਬੇਰ ਦੇਵਤਾ ਬੈਠਾ ਹੋਵੇ ਅਤੇ ਉਹਦੇ ਆਲੇ ਦੁਆਲੇ ਯਕਸ਼ ਬੈਠੇ ਹੋਣ, ਜੱਖ ਬੈਠੇ ਹੋਣ। ਜੱਖ ਖਾਲਸਾ ਜੀ ਦੇਵਤਿਆਂ ਦੀ ਇੱਕ ਵਿਸ਼ੇਸ਼ ਜਾਤੀ ਹੈ ਅਤੇ ਵਿਸ਼ਨੂੰ ਪੁਰਾਣ ਦੇ 5ਵੇਂ ਅਧਿਆਏ ਦੇ ਵਿੱਚ ਇਹ ਲਿਖਿਆ ਹੁੰਦਾ ਹੈ, ਜ਼ਿਕਰ ਮਿਲਦਾ ਹੈ ਕਿ ਬ੍ਰਹਮਾ ਜੀ ਨੂੰ ਇੱਕ ਦਿਨ ਬਹੁਤ ਜ਼ਿਆਦਾ ਭੁੱਖ ਲੱਗੀ। ਤਮੋ ਗੁਣ ਦੇ ਸਹਿਤ ਉਹਨਾਂ ਦੀ ਪ੍ਰਕਿਰਤੀ ਦੇ ਵਿੱਚੋਂ ਫਿਰ ਕਹਿੰਦੇ ਇਹ ਜੱਖਾਂ ਦਾ ਜਾਂ ਯਕਸ਼ਾਂ ਦਾ ਜਿਹੜੀ ਪੈਦਾਇਸ਼ ਹੋਈ, ਇਹਨਾਂ ਦਾ ਜਨਮ ਹੋਇਆ। ਸੋ ਇਹ ਜਿਹੜੇ ਜੱਖ ਹੈ ਹਮੇਸ਼ਾ ਹੀ ਧਨ ਦਾ ਦੇਵਤਾ ਜੋ ਕੁਬੇਰ, ਧਨ ਕੁਬੇਰ ਆਪਾਂ ਕਹਿੰਦੇ ਹਾਂ, ਉਹਦੇ ਆਲੇ ਦੁਆਲੇ ਰਹਿੰਦੇ ਹਨ, ਉਹਦੀ ਹਾਜ਼ਰ ਹਜ਼ੂਰੀ ਵਿੱਚ ਰਹਿੰਦੇ ਹਨ। ਸੋ ਇਸੇ ਪ੍ਰਕਾਰ ਪ੍ਰਮਾਣ ਦਿੱਤਾ, ਅਲੰਕਾਰ ਬੰਨ੍ਹਿਆ ਹੈ ਕਿ ਜਿਵੇਂ ਕੁਬੇਰ ਦੇਵਤਾ ਬੈਠਾ ਹੁੰਦਾ ਅਤੇ ਉਹਦੇ ਆਲੇ ਦੁਆਲੇ ਹੋਰ ਸ਼ੋਭਾ ਵਾਲੇ ਦੇਵੀ ਦੇਵਤੇ ਜਿਹੜੇ ਜੱਖ ਦੇਵਤੇ ਹੈ ਸੋ ਉਹ ਬੈਠੇ ਹੁੰਦੇ ਹੈ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸੁੰਦਰ ਦਰਬਾਰ ਦੀਵਾਨ ਦੇ ਵਿੱਚ ਸ਼ੋਭਾਏਮਾਨ ਹਨ। ਗੁਰੂ ਕਾ ਖਾਲਸਾ ਜੱਖਾਂ ਦੀ ਤਰ੍ਹਾਂ, ਯਕਸ਼ਾਂ ਦੀ ਤਰ੍ਹਾਂ, ਦੇਵਤਿਆਂ ਦੀ ਤਰ੍ਹਾਂ ਉਹਨਾਂ ਦੇ ਆਲੇ ਦੁਆਲੇ ਸ਼ੋਭਾ ਪਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਹੀ ਜੋ ਸ਼ੁਭ ਸਿੱਖਿਆ ਆਪਣੇ ਗੁਰੂ ਕੇ ਸਿੱਖਾਂ ਨੂੰ ਦਿੰਦੇ ਹੈ, ਗੁਰੂ ਕੇ ਖਾਲਸੇ ਨੂੰ ਸਤਿਗੁਰੂ ਜੀ ਸ਼ੁਭ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਉਹ ਸਤਿਗੁਰੂ ਜੀ ਦਾ ਉਪਦੇਸ਼, ਉਹ ਸਤਿਗੁਰੂ ਜੀ ਦੀਆਂ ਸਿੱਖਿਆਵਾਂ ਜਿਨ੍ਹਾਂ ਨੂੰ ਸੁਣਨ ਦੇ ਨਾਲ, ਮੰਨਣ ਦੇ ਨਾਲ, ਜੀਵਨ ਦੇ ਵਿੱਚ ਕਮਾਉਣ ਦੇ ਨਾਲ ਮਨੁੱਖ ਦਾ ਜਨਮ ਮਰਨ ਤੋਂ ਛੁਟਕਾਰਾ ਹੋ ਜਾਂਦਾ ਹੈ।
ਮਨੁੱਖ ਜਨਮ ਮਰਨ ਦੇ ਚੱਕਰ ਤੋਂ ਰਹਿਤ ਹੋ ਜਾਂਦਾ ਹੈ। ਸਤਿਗੁਰੂ ਜੀ ਗੁਰੂ ਕੇ ਖਾਲਸੇ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ, ਹੇ ਭਾਈ ਗੁਰੂ ਕੇ ਸਿੱਖੋ, ਹੇ ਮੇਰੇ ਭਰਾਵਾਂ ਵਰਗੇ ਖਾਲਸਾ ਜੀ, ਸੁਣੋ ਇਸ ਗੱਲ ਨੂੰ। ਸਤਿਗੁਰੂ ਜੀ ਕਹਿੰਦੇ ਸਤਨਾਮ ਜੋ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਹੈ, ਤਿੰਨੇ ਕਾਲਾਂ ਵਿੱਚ ਜਿਹਦਾ ਵਿਨਾਸ਼ ਨਹੀਂ ਹੁੰਦਾ। ਤ੍ਰਈ ਕਾਲ ਅਬਾਦਤਵੰ ਸਤਤਵੰ, ਸੋ ਭੂਤ ਕਾਲ ਵਿੱਚ ਵੀ ਜੋ ਸੱਤ ਸੀ, ਵਰਤਮਾਨ ਵਿੱਚ ਵੀ ਜੋ ਸੱਤ ਹੈ, ਸਦੀਵੀ ਹੋਂਦ ਵਾਲਾ ਹੈ, ਅਤੇ ਭਵਿੱਖ ਦੇ ਵਿੱਚ ਵੀ ਜਿਹੜਾ ਹਮੇਸ਼ਾ ਜਿਹਦੀ ਹੋਂਦ ਰਹੇਗੀ। ਤਿੰਨੇ ਕਾਲਾਂ ਦਾ ਜਿਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਤ੍ਰਈ ਕਾਲ ਅਬਾਦ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਉਸ ਸਤਨਾਮ ਵਾਹਿਗੁਰੂ ਨੂੰ ਨਿਤ ਹੀ ਆਪਣੀ ਰਸਨਾ ਦੁਆਰਾ ਜਪੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਸਤਨਾਮ ਵਾਹਿਗੁਰੂ ਦੀ ਪ੍ਰਾਪਤੀ ਦੇ ਨਾਲ ਕਹਿੰਦੇ ਤੁਸੀਂ ਪਰਮ ਸੁੱਖਾਂ ਦੀ ਪ੍ਰਾਪਤੀ ਕਰੋਗੇ। ਔਰ ਇਹ ਨਹੀਂ ਕਿ ਸੁੱਖ ਆ ਕੇ ਚਲੇ ਜਾਣਗੇ, ਪਰਮ ਸੁੱਖ ਥਿਰ ਹੋ। ਪਰਮ ਆਨੰਦ ਹੈ ਜਿਹੜਾ ਵੱਡਾ ਸੁੱਖ ਹੈ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਣ ਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਾਓ ਸੁੱਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ। ਜਿਹੜਾ ਸਦੀਵੀ ਸੁੱਖ ਹੈ, ਇੱਕ ਤਾਂ ਸੁੱਖ ਹੁੰਦੇ ਆ ਨਾ ਵੀ ਆਉਂਦੇ ਆ ਥੋੜ੍ਹੀ ਦੇਰ ਬਾਅਦ ਚਲੇ ਜਾਂਦੇ ਆ ਅਤੇ ਅਸੀਂ ਫੇਰ ਦੁਖੀ ਹੋ ਜਾਂਦੇ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਪਰਮ ਸੁੱਖ ਦੀ ਪ੍ਰਾਪਤੀ ਚਾਹੁੰਦੇ ਹੋ ਅਤੇ ਇਹ ਸੁੱਖ ਸਦਾ ਥਿਰ ਰਹੇ, ਟਿਕਿਆ ਰਹੇ, ਤੁਹਾਡੇ ਕੋਲੋਂ ਜਾਵੇ ਨਾ, ਤਾਂ ਸਤਨਾਮ ਵਾਹਿਗੁਰੂ ਦੇ ਨਾਮ ਦੇ ਮੰਤਰ ਦੇ ਵਿੱਚ ਥਿਰ ਹੋ, ਜੁੜੇ ਰਹੋ। ਔਰ ਜਿਸ ਸਤਨਾਮ ਵਾਹਿਗੁਰੂ ਮੰਤਰ ਦੇ ਪ੍ਰਤਾਪ ਦੇ ਨਾਲ ਤੁਸੀਂ 84 ਲੱਖ ਜੂਨਾਂ ਦੇ ਵਿੱਚ ਭਟਕੋਗੇ, ਨਹੀਂ ਤਾਂ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। 84 ਲੱਖ ਜੂਨਾਂ ਦਾ ਚੱਕਰ ਬਣਿਆ ਰਹਿੰਦਾ। ਜਮ ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਮਨੁੱਖ ਇਹ ਲੰਮੀਆਂ ਸਜ਼ਾਵਾਂ ਭੋਗਦਾ ਰਹਿੰਦਾ ਹੈ। ਕਦੇ ਜੰਮ ਪਿਆ, ਕਦੇ ਮਰ ਪਿਆ, ਕਦੇ ਕੀੜਾ ਪਤੰਗਾ ਬਣ ਗਿਆ, ਕਦੇ ਹਾਥੀਆਂ ਵਰਗੇ ਵੱਡੇ ਜਾਨਵਰਾਂ ਦਾ ਸਰੀਰ ਧਾਰਨ ਕਰ ਲਿਆ, ਕਦੇ ਜਲ ਦੇ ਜੀਵ ਮੱਛੀਆਂ ਡੱਡੂ ਆਦਿਕ ਦਾ ਸਰੀਰ ਧਾਰਨ ਕਰ ਲਿਆ, ਕਦੇ ਬਨਸਪਤੀ ਦੀ ਜੋਨੇ ਚਲਿਆ ਗਿਆ। ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ, ਜੋ ਚਾਰ ਖਾਣੀਆਂ ਵਾਹਿਗੁਰੂ ਪਰਮੇਸ਼ਰ ਨੇ ਰਚੀਆਂ। ਸੋ ਇਹਨਾਂ ਚਾਰੇ ਪ੍ਰਕਾਰ ਦੀਆਂ ਖਾਣੀਆਂ ਵਿੱਚ ਕਿਤੇ ਨਾ ਕਿਤੇ ਉਤਪਤੀ ਹੁੰਦੀ ਰਹਿੰਦੀ ਹੈ, ਕਿਤੇ ਨਾ ਕਿਤੇ ਮੌਤ ਹੁੰਦੀ ਰਹਿੰਦੀ ਹੈ। ਸੋ ਜੀਵ ਇਹ 84 ਲੱਖ ਜੂਨਾਂ ਦੇ ਚੱਕਰ ਵਿੱਚ ਫਿਰਦਾ ਰਹਿੰਦਾ। ਸਤਿਗੁਰੂ ਜੀ ਕਹਿੰਦੇ ਸਤਨਾਮ ਵਾਹਿਗੁਰੂ ਮੰਤਰ ਵਿੱਚ ਜੁੜੋਗੇ, ਥਿਰ ਹੋਵੋਗੇ, ਇਸ ਸਥਿਤੀ ਮਨ ਨੂੰ ਟਿਕਾਵੋਗੇ। ਇਹ ਕਹਿੰਦੇ 84 ਲੱਖ ਜੂਨਾਂ ਤੋਂ ਛੁਟਕਾਰਾ ਹੋ ਜਾਏਗਾ, ਫਿਰ ਭਾਵਨਾ ਨਹੀਂ ਪਵੇਗਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਕੇ ਖਾਲਸਾ ਜੀ, ਵੱਡਿਆਂ ਭਾਗਾਂ ਦੇ ਨਾਲ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ। ਆਪਾਂ ਹੁਣੇ ਰਹਿਰਾਸ ਸਾਹਿਬ ਦਾ ਪਾਠ ਸੁਣਿਆ। ਸਤਿਗੁਰੂ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਹਿੰਦੇ ਇਹ ਗੋਬਿੰਦ ਨੂੰ ਮਿਲਣ ਦੀ ਵਾਰੀ ਪ੍ਰਾਪਤ ਹੋ ਗਈ ਹੈ। ਵੱਡਿਆਂ ਭਾਗਾਂ ਦੇ ਨਾਲ ਇਹ ਮਨੁੱਖਾ ਸਰੀਰ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਆ। ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਸਾਨੂੰ ਇਹ ਮਨੁੱਖਾ ਸਰੀਰ ਬਖਸ਼ਿਆ ਹੈ ਵੱਡੇ ਭਾਗਾਂ ਦੇ ਨਾਲ। ਤੇ ਸਤਿਗੁਰੂ ਜੀ ਕਹਿੰਦੇ ਇੱਕੋ ਇੱਕ ਕੇਵਲ ਇਹ ਮਨੁੱਖਾ ਜਨਮ ਹੈ, ਜਿਹਦੇ ਵਿੱਚ ਹਾਨ ਤੇ ਲਾਭ, ਸਾਨੂੰ ਫਾਇਦਾ ਕੀ ਹੈ, ਸਾਡਾ ਨੁਕਸਾਨ ਕੀ ਹੈ, ਕਿਸ ਗੱਲ ਵਿੱਚ ਸਾਡਾ ਭਲਾ ਹੈ, ਕਿਸ ਗੱਲ ਦੇ ਨਾਲ ਸਾਡਾ ਬੁਰਾ ਹੋਵੇਗਾ, ਕਿਸ ਗੱਲ ਦੇ ਨਾਲ, ਕਿਸ ਕਰਮ ਕਰਨ ਦੇ ਨਾਲ ਸਾਨੂੰ ਚੰਗਾ ਫਲ ਪ੍ਰਾਪਤ ਹੋਵੇਗਾ, ਔਰ ਕਿਸ ਕਰਮ ਦੇ ਕਰਨ ਕਰਕੇ ਸਾਨੂੰ ਮਾੜੇ ਫਲ ਦੀ ਪ੍ਰਾਪਤੀ ਹੋਵੇਗੀ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਅਸੀਂ ਕਿਸ ਪ੍ਰਕਾਰ ਦੇ ਕਰਮ ਕਰੀਏ, ਇਹ ਸਭ ਕਾਸੇ ਦੀ ਲਾਭ ਹਾਨੀ ਦੀ, ਫਾਇਦੇ ਨੁਕਸਾਨ ਦੀ ਇਹ ਮਨੁੱਖਾ ਜਨਮ ਦੇ ਵਿੱਚ ਸੋਝੀ ਹੈ। ਹਾਨ ਲਾਭ ਜਿਸ ਮੈਂ ਦਰਸਾਇਓ। ਵਾਹਿਗੁਰੂ ਪਰਮੇਸ਼ਰ ਨੇ ਇਹ ਮੱਤ ਦੇ ਕੇ ਭੇਜਿਆ ਕਿ ਅਸੀਂ ਆਪਣਾ ਚੰਗਾ ਜਾਂ ਮਾੜਾ ਵਿਚਾਰ ਸਕਦੇ ਹਾਂ। ਜੇਕਰ ਮਨੁੱਖ ਆਪਣਾ ਚੰਗਾ ਮਾੜਾ ਨਹੀਂ ਵਿਚਾਰਦਾ, ਖਾਣ ਪੀਣ ਭੋਗਣ ਦੇ ਵਿੱਚ ਮਸਤ ਹੈ, ਸੌਂ ਲਿਆ, ਜਾਗ ਪਿਆ, ਪਦਾਰਥਾਂ ਦਾ ਭੋਗ ਅਤੇ ਫਿਰ ਸੌਂ ਲਿਆ, ਇਹੀ ਚੱਕਰ ਚੱਲਦਾ ਰਿਹਾ, ਅਤੇ ਫਿਰ ਪਸ਼ੂਆਂ ਅਤੇ ਮਨੁੱਖਾਂ ਵਿੱਚ ਕੀ ਫਰਕ ਹੈ ਖਾਲਸਾ ਜੀ। ਧਰਮ ਗ੍ਰੰਥ ਕਹਿੰਦੇ ਨੇ ਨਿੰਦਰਾ ਭੋਜਨ ਭੋਗ ਭੈ, ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ
ਗਿਆਨ ਬਿਨਾ ਪਸ ਜਾਨ। ਕਹਿੰਦੇ ਨੀਂਦ ਤੇ ਇਸੇ ਤਰ੍ਹਾਂ ਭੋਜਨ ਛਕਣਾ ਤੇ ਪਦਾਰਥਾਂ ਦਾ ਭੋਗ, ਬੱਚੇ ਪੈਦਾ ਕਰਨੇ, ਸੋ ਕਹਿੰਦੇ ਇਹ ਸਭ ਕੁਝ ਤੇ ਪਸ਼ੂ ਵੀ ਕਰਦੇ ਆ ਤੇ ਮਨੁੱਖ ਵੀ ਕਰਦਾ ਹੈ। ਫਿਰ ਮਨੁੱਖ ਦਾ ਤੇ ਪਸ਼ੂਆਂ ਦਾ ਫਰਕ ਕੀ ਹੈ? ਇਹ ਤਾਂ ਬਰਾਬਰਤਾ ਹੀ ਹੋ ਗਈ ਸਾਰੇ ਗੁਣਾਂ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰਿਆਂ ਨੇ ਫਿਰ ਲਿਖਿਆ, ਕਹਿੰਦੇ ਨਰਨ ਗਿਆਨ ਨਿਜ ਅਧਿਕਤਾ। ਮਨੁੱਖ ਨੂੰ ਗਿਆਨ ਹੈ ਆਪਣੇ ਚੰਗੇ ਮਾੜੇ ਦਾ, ਇਹ ਸੋਚ ਸਕਦਾ ਹੈ ਕਿ ਮੈਨੂੰ ਚੰਗਾ ਫਲ ਕਿਵੇਂ ਮਿਲੇਗਾ, ਮਾੜਾ ਕਿਵੇਂ ਮਿਲੇਗਾ। ਚੰਗਾ ਮਾੜਾ ਸਾਡਾ ਸਾਰਿਆਂ ਦਾ ਮਨ ਹੀ ਸੋਚਦਾ। ਕੋਈ ਮਾੜਾ ਕਰਮ ਕਰੀਏ ਨਾ ਤਾਂ ਉਸ ਵੇਲੇ ਵੀ ਸਾਡੀ ਆਤਮਾ ਇੱਕ ਵਾਰੀ ਹਲੂਣਾ ਦਿੰਦੀ ਹੈ ਵੀ ਭਾਈ ਇਹ ਕੰਮ ਨਾ ਕਰ, ਇਹਦਾ ਨਤੀਜਾ ਮਾੜਾ ਹੋਵੇਗਾ। ਪਰ ਇਹ ਵੱਖਰੀ ਗੱਲ ਆ ਵੀ ਅਸੀਂ ਆਪਣੀ ਆਤਮਾ ਦੀ ਆਵਾਜ਼ ਨੂੰ ਦਬਾ ਕੇ ਉਹ ਮਾੜਾ ਕਰਮ ਕਰ ਹੀ ਲੈਂਦੇ ਆ ਮਨ ਦੇ ਪਿੱਛੇ ਲੱਗ ਕੇ, ਅਤੇ ਉਹਦਾ ਫਿਰ ਸਾਨੂੰ ਮਾੜਾ ਫਲ ਪ੍ਰਾਪਤ ਹੁੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖਾ ਜਨਮ ਹੈ ਨਾ ਜਿਹੜਾ, ਇਹਦੇ ਵਿੱਚ ਮਨੁੱਖ ਆਪਣਾ ਲਾਭ ਹਾਨ, ਆਪਣਾ ਫਾਇਦਾ ਨੁਕਸਾਨ ਵਿਚਾਰ ਸਕਦਾ ਹੈ। ਐਸੀ ਸਤਿਗੁਰ ਨੇ ਸੋਝੀ ਬਖਸ਼ੀ ਹੈ। ਸਤਿਗੁਰੂ ਜੀ ਕਹਿੰਦੇ ਇਹ ਤੇ ਰਤਨਾ ਵਰਗਾ ਕੀਮਤੀ ਮਨੁੱਖਾ ਜਨਮ ਹੈ। ਇਹਨੂੰ ਐਵੇਂ ਕੌਡੀਆਂ ਦੇ ਭਾਅ ਨਾ ਗਵਾਈਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਕਿਤੇ ਇਹ ਅਵਸਥਾ ਨਾ ਬਣ ਜਾਏ ਸਾਡੀ। ਹੀਰੇ ਰਤਨਾ ਜਵਾਹਰਾਂ ਵਰਗਾ ਕੀਮਤੀ ਇਹ ਮਨੁੱਖਾ ਜਨਮ ਹੈ, ਮਹਾਰਤਨ ਹੈ। ਇਹਨੂੰ ਪਾ ਕੇ ਕਿਤੇ ਖੋ ਨਾ ਲਈਏ। ਕੋਈ ਮਨੁੱਖ ਨੂੰ ਕਿਸੇ ਨੂੰ ਰਤਨ ਪ੍ਰਾਪਤ ਹੋ ਜਾਣ ਅਤੇ ਉਹਨਾਂ ਨੂੰ ਗਵਾ ਦੇਵੇ ਅਤੇ ਮੁੜ ਕੇ ਉਹਦੇ ਪੱਲੇ ਕੀ ਰਹੇਗਾ? ਕੰਗਾਲ ਹੀ ਹੋਵੇਗਾ ਨਾ। ਇਸੇ ਤਰ੍ਹਾਂ ਦੁਰਲੱਭਾ ਮਨੁੱਖਾ ਜਨਮ ਮਿਲਿਆ। ਇਹ ਗੋਬਿੰਦ ਮਿਲਣ ਦੀ ਵਾਰੀ ਮਿਲੀ ਹੈ, ਪਰਮੇਸ਼ਰ ਦੇ ਵਿੱਚ ਮਿਲਾਪ ਦੀ ਵਾਰੀ ਹੈ। ਕਿਤੇ ਇਹਨੂੰ ਅਕਾਰਥ ਨਿਸਫਲ ਹੀ ਨਾ ਗਵਾ ਦਈਏ, ਅਕਾਰਨੀ ਨਾ ਇਹ ਬਤੀਤ ਹੋ ਜਾਵੇ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਕਿਤੇ ਅਸੀਂ ਖੁਆਰ ਹੁੰਦੇ ਫਿਰੀਏ ਖਸਮ ਨੂੰ ਪਰਮੇਸ਼ਰ ਨੂੰ ਵਿਸਾਰ ਕੇ। ਐਵੇਂ ਇਹ ਜਿਹੜਾ ਰਤਨਾ ਵਰਗਾ, ਰਤਨਾ ਤੋਂ ਵੀ ਵੱਡਾ ਮਹਾਰਤਨ ਹੈ ਜਿਹੜਾ ਇਹ ਮਨੁੱਖਾ ਜਨਮ। ਇਹਦੇ ਵਿੱਚ ਅਸੀਂ ਵਿਚਾਰੀਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਤੂ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਸ ਵਾਹਿਗੁਰੂ ਪਰਮੇਸ਼ਰ ਨੇ ਤੇਰੀ ਸੋਹਣੀ ਰਚਨਾ ਰਚੀ ਹੈ, ਮਾਂ ਕੀ ਰਕਤ ਪਿਤਾ ਬਿਦ ਧਾਰਾ, ਮੂਰਤ ਸੂਰਤ ਕਰ ਅਪਾਰਾ। ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ, ਹਰੇਕ ਅੰਗ ਪ੍ਰਤੰਗ ਤੇਰਾ ਯੋਗ ਜਗ੍ਹਾ ਦੇ ਉੱਤੇ ਲਾਇਆ ਹੈ। ਤੂੰ ਬਚਪਨ ਦੇ ਵਿੱਚ ਸੀ, ਕੁਝ ਖਾ ਨਹੀਂ ਸਕਦਾ ਸੀ। ਜਬ ਦਾਂਤ ਨਾ ਥੇ ਤਬ ਦੂਧ ਦਿਓ। ਉਸ ਵੇਲੇ ਮਾਤਾ ਦਾ ਦੁੱਧ ਤੇਰੇ ਵਾਸਤੇ, ਤੇਰਾ ਜਨਮ ਬਾਅਦ ਵਿੱਚ ਹੁੰਦਾ ਹੈ, ਮਾਤਾ ਦਾ ਦੁੱਧ ਉਹਦਾ ਪ੍ਰਬੰਧ ਤੇਰੇ ਵਾਸਤੇ ਪਹਿਲਾਂ ਵਾਹਿਗੁਰੂ ਪਰਮੇਸ਼ਰ ਨੇ ਕਰ ਦਿੱਤਾ ਹੈ। ਮਾਤਾ ਦੀ ਜਠਰਾ ਅਗਨੀ ਦੇ ਵਿੱਚ ਤੈਨੂੰ ਕਿਵੇਂ ਹੱਥ ਦੇ ਕੇ ਰੱਖਿਆ। ਉਹ ਜਠਰਾ ਅਗਨੀ ਜਿਹਦੇ ਵਿੱਚ ਭੋਜਨ ਪ੍ਰਸ਼ਾਦਾ ਅਸੀਂ ਜੋ ਵੀ ਛਕਦੇ ਹਾਂ, ਅਤੇ ਵੇਖੋ ਕਿਵੇਂ ਉਹ ਜਾ ਕੇ ਪਚ ਜਾਂਦਾ। ਬਹੁਤ ਭਿਆਨਕ ਅਗਨੀ ਹੈ ਅਤੇ ਉਹਦੇ ਵਿੱਚੋਂ ਤੱਤ ਵੱਖਰੇ ਹੋ ਜਾਂਦੇ ਹੈ ਜੋ ਸਾਡੇ ਸਰੀਰ ਦੀ ਤਾਕਤ ਬਣਦੇ ਹੈ, ਖੂਨ ਬਣਦਾ ਹੈ, ਫੋਕਟ ਪਦਾਰਥ ਵੱਖਰਾ ਹੋ ਜਾਂਦਾ। ਕਿੱਡਾ ਤਕੜਾ ਸਿਸਟਮ ਤੇਰੇ ਸਰੀਰ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਫਿੱਟ ਕੀਤਾ ਹੈ। ਸੋ ਉਹ ਵਾਹਿਗੁਰੂ ਪਰਮੇਸ਼ਰ ਨੇ ਇਹ ਰਤਨਾਂ ਦੇ ਬਰਾਬਰ ਮਹਾਰਤਨ ਇਹ ਸਰੀਰ ਤੈਨੂੰ ਦਿੱਤਾ। ਇਹਨੂੰ ਕਿਤੇ ਐਵੇਂ ਨਾ ਗਵਾ ਲਓ। ਸਤਿਗੁਰੂ ਜੀ ਕਹਿੰਦੇ ਐਵੇਂ ਨਾ ਖੋ ਲਵੋ। ਇਹ ਮਨੁੱਖਾ ਜਨਮ ਦੀ ਪ੍ਰਾਪਤੀ ਤਾਂ ਖਾਲਸਾ ਜੀ ਹੋ ਗਈ ਹੈ, ਪਰ ਇਹਨੂੰ ਕਿਤੇ ਐਵੇਂ ਨਾ ਗਵਾ ਲਈਏ ਇਸ ਆਸ ਦੇ ਵਿੱਚ ਹੀ ਕਿ ਅਸੀਂ ਇੱਥੇ ਸਦਾ ਸਥਿਰ ਰਹਿਣਾ। ਸਤਿਗੁਰੂ ਜੀ ਕਹਿੰਦੇ ਕੋਈ ਵੀ ਇਸ ਦੁਨੀਆ ਦੇ ਉੱਤੇ ਸਥਿਰ ਨਹੀਂ ਰਿਹਾ। ਜਿਹੜਾ ਵੀ ਆਇਆ ਕੋਈ ਇਸ ਦੁਨੀਆ 'ਤੇ ਟਿਕਿਆ ਨਹੀਂ ਰਿਹਾ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ। ਜਿਹੜਾ ਵੀ ਉਪਜਿਆ ਉਹਨੇ ਇੱਕ ਨਾ ਇੱਕ ਦਿਨ ਬਿਨਸਣਾ। ਜਿਹੜਾ ਜਨਮਿਆ ਉਹਨੇ ਇੱਕ ਨਾ ਇੱਕ ਦਿਨ ਮਰਨਾ ਹੈ। ਇੱਥੋਂ ਤੱਕ ਕਿ ਰਾਣਾ ਰਾਓ ਨਾ ਕੋਰ ਹੈ, ਰੰਗ ਨ ਤੁੰਗ ਫਕੀਰ। ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਸਾਰਿਆਂ ਨੇ ਆਪੋ ਆਪਣੀ ਵਾਰੀ ਦੇ ਅਨੁਸਾਰ ਚਲੇ ਜਾਣਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਬਾਦਸ਼ਾਹ ਸਾਹ ਵਪਾਰੀ ਮਰਨਾ, ਜੋ ਦੀਸੈ ਸੋ ਕੱਲ ਹੈ ਖਰਨਾ। ਚਾਹੇ ਕੋਈ ਬਾਦਸ਼ਾਹ ਹੈ, ਕੋਈ ਵਪਾਰੀ ਹੈ, ਕੋਈ ਉਹਦੀ ਪਰਜਾ ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਵਡਾਨੀ ਰੇ। ਐਸਾ ਉਹ ਜਿਹੜਾ ਪਰਮੇਸ਼ਰ ਨੇ ਨਿਯਮ ਬੰਨ੍ਹ ਦਿੱਤਾ ਹੈ। ਕਾਲ ਤੇਰੇ ਸਿਰ ਦੇ ਉੱਤੇ ਕੂਕਦਾ ਹੈ, ਮੌਤ ਤੈਨੂੰ ਆਉਣੀ ਹੈ। ਗਣ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਕੱਟਣ ਤਿਲ ਸਾਰ।
ਤੇਰੇ ਜਿਹੜੇ ਸਵਾਸ ਉਹ ਵਾਹਿਗੁਰੂ ਨੇ ਗਿਣ ਕੇ ਇਹ ਸਰੀਰ ਦੇ ਵਿੱਚ ਪਾਏ ਆ। ਮਰਨ ਲਿਖਾਏ ਮੰਡਲ ਮਹਿ ਆਏ, ਜੀਵਨ ਸਾਜੈ ਮਾਈ। ਤੇਰਾ ਜੀਵਨ ਤੈਨੂੰ ਇਹ ਬਾਅਦ ਵਿੱਚ ਮਿਲਿਆ ਖਾਲਸਾ ਜੀ, ਪਹਿਲਾਂ ਤੇਰਾ ਮਰਨਾ ਲਿਖਿਆ ਹੋਇਆ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਜਿਹੜਾ ਇਹ ਸਰੀਰ ਬਖਸ਼ਿਸ਼ ਕੀਤਾ ਹੈ ਮਨੁੱਖ ਤੈਨੂੰ ਰਹਿਣ ਸਥਿਰ ਨਹਿ ਨਿੱਕੇ ਜੋਵੋ। ਕਹਿੰਦੇ ਇਸ ਗੱਲ ਨੂੰ ਭਲੀ ਪ੍ਰਕਾਰ ਕਰਕੇ ਜਾਣ ਲਓ ਕਿ ਇੱਥੇ ਸਦਾ ਕਿਸੇ ਨੇ ਸਥਿਰ ਨਹੀਂ ਰਹਿਣਾ, ਚਲੇ ਜਾਣਾ ਹੈ ਦੁਨੀਆ ਤੋਂ। ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਸਿਮਰਨ ਹੈ ਅਕਾਲ ਪੁਰਖ ਵਾਹਿਗੁਰੂ ਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਬਹੁਤ ਅਭਰਾਮੂ ਸੁੰਦਰ ਲਾਹਾ ਹੈ ਮਨੁੱਖਾ ਸਰੀਰ ਦੇ ਵਿੱਚ ਰਹਿੰਦਿਆਂ ਹੋਇਆ ਸਤਨਾਮ ਵਾਹਿਗੁਰੂ ਜਪਣ ਦਾ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਪ੍ਰਕਾਰ ਦੇ ਬਚਨ ਗੁਰੂ ਕੀਆਂ ਸੰਗਤਾਂ ਤਾਈਂ ਕਰ ਰਹੇ ਹਨ, ਉਸ ਵੇਲੇ ਇੱਕ ਗੁਰਸਿੱਖਣੀ ਬੀਬੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਈ। ਇਹਨੇ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨੇੜੇ ਜਾ ਕੇ ਖੜੀ ਹੋ ਗਈ ਤੇ ਉਸ ਵੇਲੇ ਬਹੁਤ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਇਸ ਬੀਬੀ ਨੇ। ਇੰਨਾ ਰੋਈ ਉੱਚੀ ਉੱਚੀ ਧਾਹਾਂ ਮਾਰ ਕੇ ਕਿ ਜਿਹੜੇ ਇਹਦੇ ਅਥਰੂ ਸੀ ਉਹਨਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਸਤਰ ਭਿੱਜ ਗਏ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਸਤਰ ਭਿਉਂ ਦਿੱਤੇ। ਇਹ ਬੀਬੀ ਨੇ ਰੋ ਰੋ ਕੇ ਇੰਨੇ ਹੰਝੂ ਕੇਰੇ। ਉਸ ਵੇਲੇ ਸੁਭਾਏਮਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਹ ਬੀਬੀ ਨੂੰ ਪੁੱਛਿਆ ਕਿ ਭਾਈ ਬੀਬਾ ਤੈਨੂੰ ਕੀ ਦੁੱਖ ਹੈ ਬੇਟੀ? ਕਹਿੰਦੇ ਤੂੰ ਕਿਉਂ ਬਿਰਲਾਪ ਕਰ ਰਹੀ ਹੈ ਇੰਨਾ? ਕਿਹੜਾ ਤੈਨੂੰ ਦੁੱਖ ਆ? ਕਿਹੜੇ ਦੁੱਖ ਦੀ ਭਰੀ ਪੀਤੀ ਹੈ ਤੂੰ? ਉਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਬੀਬੀ ਕਹਿਣ ਲੱਗੀ, ਕਹਿਣ ਲੱਗੀ ਹੇ ਸਤਿਗੁਰੂ ਜੀ ਸੁਣੋ ਮੇਰੀ ਵਿਥਿਆ। ਮੈਂ ਤਾਂ ਦੁੱਖਾਂ ਦੇ ਵਿੱਚ ਪਾਗੀ ਰੰਗੀ ਗਈ ਹਾਂ, ਬਹੁਤ ਦੁੱਖ ਭਾਰਾ ਮੈਨੂੰ ਲੱਗਿਆ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪੁੱਤਰੀ ਕੀ ਗੱਲ ਹੋਈ, ਕਿਹੜਾ ਦੁੱਖ ਤੈਨੂੰ ਲੱਗਿਆ? ਤਾਂ ਕਹਿਣ ਲੱਗੀ ਮਹਾਰਾਜ ਸੱਚੇ ਪਾਤਸ਼ਾਹ ਮਮ ਭਰਤਾ ਮੇਰਾ ਪਤੀ ਆਪ ਜੀ ਦੇ ਦਰਸ਼ਨਾਂ ਵਾਸਤੇ ਆਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਰਸਤੇ ਵਿੱਚ ਆ ਰਹੇ ਸੀ, ਕੁਝ ਬਾਟਪਾਰਾਂ ਨੇ, ਕੁਝ ਲੁਟੇਰਿਆਂ ਨੇ, ਕੁਝ ਡਾਕੂਆਂ ਨੇ, ਰੰਗੜਾਂ ਗੁਜਰਾਂ ਨੇ, ਤੁਰਕੜਿਆਂ ਨੇ ਸਾਨੂੰ ਘੇਰ ਲਿਆ ਤੇ ਘੇਰ ਕੇ ਮੇਰੇ ਪਤੀ ਨੂੰ ਉਹਨਾਂ ਨੇ ਮਾਰ ਮੁਕਾਇਆ ਹੈ। ਇਸ ਤਰ੍ਹਾਂ ਮੇਰੇ ਪਤੀ ਦੀ ਮੌਤ ਹੋ ਗਈ ਆ, ਉਹ ਮਰ ਗਿਆ ਹੈ ਇੱਥੇ ਆ ਕੇ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅਧਿਕ ਦੁੱਖ ਪਾਇਓ, ਮੈਂ ਬਹੁਤ ਦੁਖੀ ਹੋ ਗਈ ਹਾਂ। ਹੇ ਸੱਚੇ ਪਾਤਸ਼ਾਹ ਹੁਣ ਦੱਸੋ ਮੈਂ ਕੀ ਕਰਾਂ? ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਪਰਦੇਸਨ ਹਾਂ, ਦੂਰ ਪ੍ਰਦੇਸ਼ ਤੋਂ ਚੱਲ ਕੇ ਆਈ ਹੈ ਤੇ ਆ ਜਿਹੜਾ ਦੇਸ਼ ਹੈ ਇਹ ਮੇਰੇ ਵਾਸਤੇ ਪਰਦੇਸ ਹੈ। ਪਰਦੇਸ ਦੇ ਵਿੱਚ ਆਈ ਹੋਈ ਹਾਂ ਮੈਂ ਪਰਦੇਸਣ। ਤੇ ਮਹਾਰਾਜ ਸੱਚੇ ਪਾਤਸ਼ਾਹ ਅਬ ਕਿਤ ਥਿਰੋਂ, ਮੈਂ ਹੁਣ ਕਿੱਥੇ ਥਿਰਾਂ, ਕਿੱਥੇ ਠਹਿਰਾਂ ਇਸ ਪਰਦੇਸ਼ ਦੇ ਵਿੱਚ, ਇਸ ਪੰਜਾਬ ਦੇਸ਼ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਨਗਰ, ਮੇਰਾ ਸ਼ਹਿਰ ਜਲਾਲਾਬਾਦ ਆ ਜਿਹੜਾ ਉਹ ਅਨੰਦਪੁਰ ਸਾਹਿਬ ਤੋਂ ਬਹੁਤ ਦੂਰ ਹੈ। ਮਹਾਰਾਜ ਸੱਚੇ ਪਾਤਸ਼ਾਹ ਹੁਣ ਮੈਂ ਵਿਧਵਾ ਹੋ ਗਈ ਹਾਂ, ਪਤੀ ਦੀ ਮੌਤ ਹੋ ਗਈ ਆ, ਇਹ ਮੈਨੂੰ ਬਹੁਤ ਭਾਰਾ ਵੱਡਾ ਦੁੱਖ ਲੱਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਇਸ ਪੰਜਾਬ ਦੇਸ਼ ਦੇ ਵਿੱਚ ਮੇਰਾ ਹੁਣ ਹੋਰ ਕੋਈ ਜਾਣੂ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਦਾ ਕਲੇਸ਼ ਪਿਆ, ਇਸ ਪ੍ਰਕਾਰ ਦਾ ਬਹੁਤ ਵੱਡਾ ਦੁੱਖ ਮੈਨੂੰ ਲੱਗਾ ਹੈ। ਉਸ ਵੇਲੇ
ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਾਰੀ ਸੰਗਤ ਨੂੰ ਹੁਕਮ ਹੋਇਆ। ਇਸ ਬੀਬੀ ਨੂੰ ਧੀਰਜ ਦੇ ਕੇ ਹੌਸਲਾ ਦੇ ਕੇ ਆਖਿਆ, ਬੀਬੀ ਬੈਠ ਜਾਓ, ਕੋਈ ਗੱਲ ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਲੀ ਕਰਨਗੇ। ਧੀਰਜ ਦੇ ਕੇ ਆਪਣੇ ਕੋਲ ਬਿਠਾ ਲਿਆ ਖਾਲਸਾ ਜੀ। ਉਧਰ ਸਾਰੀ ਸੰਗਤ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਆਯੁਧ ਬੰਧ ਹੋ ਨਿਤ। ਕਹਿਣ ਲੱਗੇ, ਭਾਈ ਨਿੱਤਾ ਪ੍ਰਤੀ ਸ਼ਸਤਰ ਧਾਰਨ ਕਰਕੇ ਰੱਖੋ, ਹਰ ਵੇਲੇ ਸ਼ਸਤਰ ਧਾਰੀ ਹੋ ਕੇ ਰਹੇ ਮੇਰਾ ਖਾਲਸਾ। ਸੁਣਿਆ ਮੰਨਿਆ ਬਾਪ ਤਿਨ ਸ਼ਸਤਰ, ਸ਼ਸਤਰ ਸੰਗਤੀ ਮਿਤ। ਦੋਹਰੇ ਦੀ ਤੁਕ ਅੱਧੀ ਅੱਧੀ ਪੜ੍ਹ ਲਿਆ ਕਰੋ ਤਾਂ ਕਿ ਵਿਸ਼ਰਾਮ ਦਾ ਵੀ ਪਤਾ ਲੱਗ ਜੇ ਤੇ ਅਰਥ ਵੀ ਜਿਹੜਾ ਸਪਸ਼ਟ ਰੂਪ ਵਿੱਚ ਹੋ ਜਾਂਦਾ ਹੈ। ਸੁਣਿਆ ਮੰਨਿਆ ਬਾਕ ਤਿਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕੀਤੇ ਕਿ ਗੁਰੂ ਕੇ ਖਾਲਸਾ ਜੀ, ਇਸ ਬੀਬੀ ਦਾ ਪਤੀ ਜਿਹੜਾ ਸ਼ਸਤਰਹੀਣ ਸੀ, ਜਿਸ ਕਰਕੇ ਉਹਦੇ ਉੱਤੇ ਜਿਹੜਾ ਵੈਰੀਆਂ ਨੇ, ਦੁਸ਼ਮਣਾਂ ਨੇ ਹਮਲਾ ਕੀਤਾ ਤੇ ਉਹ ਅੱਗੋਂ ਕੁਝ ਕਰ ਨਹੀਂ ਸਕਿਆ ਤੇ ਚੜ੍ਹਾਈ ਕਰ ਗਿਆ। ਸੋ ਇਹ ਸਭ ਕਾਸੇ ਨੂੰ, ਇਹ ਵਰਤਾਰੇ ਨੂੰ ਵੇਖਦੇ ਹੋਏ ਗੁਰੂ ਕੇ ਖਾਲਸਾ ਜੀ ਆਪ ਸਭ ਸੰਗਤਾਂ ਸ਼ਸਤਰਧਾਰੀ ਹੋ ਕੇ ਰਹੋ, ਚੰਗੇ ਤੋਂ ਚੰਗਾ ਹਥਿਆਰ, ਚੰਗੇ ਤੋਂ ਚੰਗਾ ਸ਼ਸਤਰ ਪਹਿਨ ਕੇ ਰੱਖਿਆ ਕਰੋ, ਚੰਗੇ ਤੋਂ ਚੰਗੇ ਸ਼ਸਤਰਾਂ ਦੇ ਨਾਲ ਪ੍ਰੇਮ ਕਰੋ, ਚੰਗੇ ਤੋਂ ਚੰਗੇ ਸ਼ਸਤਰ ਆਪਣੇ ਪਾਸ ਗੁਰੂ ਕਾ ਖਾਲਸਾ ਬੜੇ ਪਿਆਰ ਦੇ ਨਾਲ ਰੱਖੇ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਇਹ ਬਚਨ ਸੁਣਿਆ, ਸਾਰੀ ਸੰਗਤ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਹ ਵਾਕ ਮੰਨ ਲਿਆ, ਸ਼ਸਤਰ ਸੰਗਤੀ ਮਿੱਤ। ਤੇ ਕਹਿੰਦੇ ਉਸ ਵੇਲੇ ਤੋਂ ਜਿਹੜੀ ਸੰਗਤ ਸੀ ਨਾ, ਉਹਨੇ ਸ਼ਸਤਰਾਂ ਨੂੰ ਆਪਣਾ ਮਿੱਤਰ ਜਾਣ ਲਿਆ, ਕਿਉਂਕਿ ਸ਼ਸਤਰ ਬਹੁਤ ਵੱਡਾ ਮਿੱਤਰ ਹੈ। ਜਿੱਥੇ ਹੋਰ ਕੋਈ ਕੰਮ ਨਹੀਂ ਕਰਦਾ, ਨਾ ਕੋਈ ਆ ਹੋਰ ਦੇਵੀ ਦੇਵਤਾ ਨਾ ਕੰਮ ਕਰੇ, ਉੱਥੇ ਸਾਡਾ ਇਹ ਪੀਰ ਕੰਮ ਦੇ ਜਾਂਦਾ। ਇਸੇ ਕਰਕੇ ਸਤਿਗੁਰ ਨੇ ਪੀਰ ਆਖਿਆ ਇਹਨਾਂ ਅਸ਼ਤਰਾਂ ਸ਼ਸਤਰਾਂ ਨੂੰ। ਸਤਿਗੁਰੂ ਜੀ ਦੇ ਵਾਕ ਹਨ ਨਾ, ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭੇਯੰ ਨਮਸਕਾਰ ਤੇਯੰ, ਕਿਰਪਾਨ ਪਾਨ ਧਾਰਿਯੰ ਕਰੋਰ ਪਾਪ ਟਾਰਿਯੰ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ, ਸਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਸਤਿਗੁਰੂ ਜੀ ਨੇ ਆਖਿਆ, ਗੁਰੂ ਕੀ ਬਾਣੀ ਸਾਡਾ ਗੁਰੂ ਹੈ ਤੇ ਸ਼ਸਤਰ ਜਿਹੜੇ ਖਾਲਸਾ ਜੀ, ਇਹ ਖਾਲਸੇ ਦੇ ਪੀਰ ਹਨ। ਇਹਨਾਂ ਨੂੰ ਪੀਰ ਕਰਕੇ ਪੂਜੇ, ਪੀਰ ਕਰਕੇ ਇਹਨਾਂ ਦਾ ਸਤਿਕਾਰ ਕਰੇ ਭਾਵਨਾ ਦੇ ਨਾਲ। ਗੁਰੂ ਕਾ ਖਾਲਸਾ ਚੰਗੀ ਤਰ੍ਹਾਂ ਸੋਧ ਕੇ ਸਵਾਰ ਕੇ ਆਪਣੇ ਕੋਲ ਰੱਖੇ, ਚਮਕਾ ਕੇ ਲਿਸ਼ਕਾ ਕੇ। ਤੇ ਗੁਰੂ ਕੇ ਖਾਲਸਾ ਜੀ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਦਮਦਮੀ ਟਕਸਾਲ ਦੇ 14ਵੇਂ ਮੁਖੀ, ਗੁਰੂ ਕੇ ਸਾਜੇ ਨਵਾਜੇ ਸੰਤ ਖਾਲਸਾ ਜੀ। ਸੋ ਗੁਰੂ ਪਿਆਰਿਓ, ਉਹ ਹਮੇਸ਼ਾ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਨੂੰ ਦੁਹਰਾਉਂਦੇ ਹੋਏ ਅਕਸਰ ਹੀ ਸਟੇਜ ਤੋਂ ਬਚਨ ਕਰਿਆ ਕਰਦੇ ਸਨ। ਖਾਲਸਾ ਜੀ, ਜੇ ਪੱਕਿਆਂ ਵਿੱਚ ਰਹਿੰਦੇ ਹੋ ਤੇ ਕੱਚਿਆਂ ਵਿੱਚ ਰਹਿਣ ਦੀ ਆਦਤ ਪਾ ਲਓ, ਕੁੱਲੀਆਂ ਵਿੱਚ ਰਹਿਣ ਦੀ ਆਦਤ ਪਾ ਲਓ। ਜੇਕਰ ਰੋਟੀ 2 ਟਾਈਮ ਖਾਂਦੇ ਹੋ ਤੇ ਪ੍ਰਸ਼ਾਦਾ ਭਾਵੇਂ 8 ਪਹਿਰਾ ਕਰ ਦਿਓ, 1 ਟਾਈਮ ਹੀ ਛਕ ਲਓ, ਪਰ ਗੁਰੂ ਕਾ ਖਾਲਸਾ ਆਪਣੇ ਕੋਲੇ ਹਥਿਆਰ ਚੰਗੇ ਤੋਂ ਚੰਗਾ ਜ਼ਰੂਰ ਰੱਖੇ। ਅਕਸਰ ਹੀ ਮਹਾਂਪੁਰਖਾਂ ਦੀਆਂ ਸਪੀਚਾਂ ਦੇ ਵਿੱਚ, ਉਹਨਾਂ ਦੇ ਭਾਸ਼ਣਾਂ ਦੇ ਵਿੱਚ, ਤਕਰੀਰਾਂ ਦੇ ਵਿੱਚ ਆਪਾਂ ਸੁਣਦੇ ਹਾਂ ਕਿ ਹਰ ਇੱਕ ਪਿੰਡ ਦੇ ਵਿੱਚ 2-2 ਤਿਆਰ ਬਰ ਤਿਆਰ ਨੌਜਵਾਨ ਚੰਗੇ ਸ਼ਸਤਰ ਹਥਿਆਰਾਂ ਵਾਲੇ ਤੇ ਇੱਕ ਬੁਲਟ ਮੋਟਰਸਾਈਕਲ ਜ਼ਰੂਰ ਹੋਣਾ ਚਾਹੀਦਾ ਹੈ। ਇਹ ਮਹਾਂਪੁਰਖਾਂ ਦੇ ਬਚਨ ਆਪਾਂ ਆਮ ਹੀ ਉਹਨਾਂ ਦੀ ਕਥਾ ਦੇ ਵਿੱਚ, ਉਹਨਾਂ ਦੀ ਤਕਰੀਰ ਦੇ ਵਿੱਚ, ਭਾਸ਼ਣ ਸਪੀਚ ਦੇ ਵਿੱਚ ਸੁਣਦੇ ਹਾਂ। ਸੋ ਮਹਾਂਪੁਰਖ ਵੀ ਸਤਿਗੁਰੂ ਸਾਹਿਬ ਜੀ ਦੇ ਉਹਨਾਂ ਬਚਨਾਂ ਨੂੰ ਹੀ ਦੁਹਰਾਉਂਦੇ ਸਨ। ਉਹਨਾਂ ਬਚਨਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਖਾਲਸੇ ਵਾਲਾ ਫਰਜ਼ ਪੂਰਾ ਕਰਕੇ ਗੁਰੂ ਕੀਆਂ ਸੰਗਤਾਂ ਨੂੰ ਜਾਗਰੂਕ ਕਰਦੇ ਰਹਿੰਦੇ ਸਨ ਹਮੇਸ਼ਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕੀਤੇ ਕਿ ਗੁਰੂ ਕੇ ਖਾਲਸਾ ਜੀ, ਤੁਸੀਂ ਸਾਰੇ ਸ਼ਸਤਰਾਂ ਨੂੰ ਮਿੱਤਰਾਂ ਦੇ ਵਾਂਗ ਆਪਣੇ ਤਨ ਦੇ ਉੱਤੇ ਹਮੇਸ਼ਾ ਸਜਾ ਕੇ ਰੱਖੋ। ਤੇ ਬਹੁਤ ਦੂਰ ਦੂਰ ਤੱਕ ਸਤਿਗੁਰੂ ਜੀ ਨੇ ਪੱਤਰਕਾਵਾਂ ਵੀ ਭੇਜੀਆਂ, ਹੁਕਮਨਾਮੇ ਵੀ ਲਿਖ ਕੇ ਭੇਜੇ ਕਿ ਗੁਰੂ ਕਾ ਖਾਲਸਾ ਜਿਹੜਾ ਵੀ ਗੁਰੂ ਚਰਨਾਂ ਦੇ ਵਿੱਚ ਆਉਂਦਾ ਹੈ, ਕਿਉਂਕਿ ਗੁਰੂ ਚਰਨਾਂ ਵਿੱਚ ਆਏ ਬਿਨਾਂ ਤਾਂ ਸਿੱਖ ਦਾ ਗੁਜ਼ਾਰਾ ਨਹੀਂ ਨਾ। ਗੁਰੂ ਕੇ ਦਰਸ਼ਨ ਕਰਨ ਵਾਸਤੇ, ਯਾਤਰਾ ਵਾਸਤੇ ਤਾਂ ਸੰਗਤਾਂ ਨੇ ਆਉਣਾ ਹੀ ਹੈ, ਪਰ ਰਸਤੇ ਵਿੱਚ ਜੋ ਕੋਈ ਗੁੱਜਰ ਰੰਗੜ ਤੁਰਕੜੇ, ਕੋਈ ਵੀ ਡਾਕੂ ਬਾਟ ਪਾਰ ਤੁਹਾਨੂੰ ਮਿਲਦੇ ਹੈ, ਜੇ ਤੁਹਾਡੇ 'ਤੇ ਹਮਲਾ ਕਰਦੇ ਆ ਤਾਂ ਖਾਲਸਾ ਜੀ ਉਸ ਵੇਲੇ ਮੈਨੂੰ ਅੰਗ ਸੰਗ ਜਾਣਨਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰ ਰੂਪ ਹੋ ਕਰਕੇ ਹਮੇਸ਼ਾ ਤੁਹਾਡੇ ਅੰਗ ਸੰਗ ਹੋਣਗੇ ਤੇ ਉਸ ਵੇਲੇ ਤੁਸੀਂ ਆਪਣਾ ਸ਼ਸਤਰ ਕੱਢਣਾ ਹੈ
ਤੇ ਉਹਨਾਂ ਜੋ ਤੁਹਾਡਾ ਨੁਕਸਾਨ ਕਰਨਾ ਚਾਹੁੰਦੇ ਆ ਦੁਸ਼ਮਣ, ਤੇ ਉਹਨਾਂ ਦਾ ਵੱਧ ਕਰ ਦੇਣਾ, ਉਹਨਾਂ ਨੂੰ ਮਾਰ ਮੁਕਾਉਣਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਦੂਰ ਦੂਰ ਤੱਕ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੀਆਂ ਸਨ, ਉਹਨਾਂ ਤੱਕ ਪਹੁੰਚਾਏ। ਸਤਿਗੁਰੂ ਜੀ ਦੇ ਇਸ ਹੁਕਮ ਨੂੰ ਸੁਣ ਕੇ ਜਿਹਨੇ ਵੀ ਸੁਣਿਆ ਪੜ੍ਹਿਆ, ਸਾਰਿਆਂ ਨੇ ਮੰਨ ਲਿਆ। ਗੁਰੂ ਕੀ ਸੰਗਤ ਮਿੱਤਰਾਂ ਦੇ ਵਾਂਗੂ ਸ਼ਾਸਤਰਾਂ ਨੂੰ ਮੰਨਣ ਲੱਗ ਪਈ। ਭਾਵ ਹਮੇਸ਼ਾ ਵਾਸਤੇ ਸਾਰੇ ਤਿਆਰ ਬਰ ਤਿਆਰ ਸ਼ਾਸਤਰ ਧਾਰੀ ਹੋ ਗਏ। ਕਰਤੀ ਸੰਗਤ ਗੁਰੂ ਕੇ ਉਸ ਵੇਲੇ ਗੁਰੂ ਪਿਆਰਿਓ, ਜਿਹੜੀ ਗੁਰੂ ਕੇ ਦਰਸ਼ਨਾਂ ਨੂੰ ਗੁਰੂ ਕੀ ਸੰਗਤ ਆਉਂਦੀ ਸੀ, ਰਸਤੇ ਵਿੱਚ ਜਦੋਂ ਵੀ ਉਹਨਾਂ ਨੂੰ ਕੋਈ ਘੇਰਦਾ, ਕੋਈ ਰਾਤ ਬਰਾਤੇ ਉਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦਾ, ਤਾਂ ਗੁਰੂ ਕੀ ਸੰਗਤ ਹਥਿਆਰਾਂ ਦੇ ਜ਼ੋਰ 'ਤੇ ਅੱਗੇ ਲੜਦੀ, ਅੱਗੋਂ ਮੁਕਾਬਲਾ ਕਰਦੀ ਸੀ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਉਹਨਾਂ ਗੁਰੂ ਕੀਆਂ ਸੰਗਤਾਂ ਦੇ ਬਾਰੇ ਸੁਣਦੇ ਸਨ ਜਾਂ ਵੇਖਦੇ ਸਨ, ਤੇ ਬਹੁਤ ਦਿਆਲਤਾ ਦੇ ਘਰ ਦੇ ਵਿੱਚ, ਕਿਰਪਾ ਦੇ ਘਰ ਵਿੱਚ ਆਉਂਦੇ ਸਨ। ਗੁਰੂ ਕੀ ਜਿਹੜੀ ਸੰਗਤ ਗੁਰੂ ਕੇ ਬਚਨਾਂ ਨੂੰ ਮੰਨਦਿਆਂ ਹੋਇਆਂ ਕਿ ਗੁਰੂ ਕੇ ਖਾਲਸਾ ਜੀ ਵੀ ਜਦੋਂ ਤੁਸੀਂ ਜੰਗ ਯੁੱਧ ਕਰਨਾ ਹੈ ਤੇ ਹਮੇਸ਼ਾ ਤਿਆਰ ਬਰ ਤਿਆਰ ਰਹਿਣ ਦੇ ਵਾਸਤੇ ਤੁਸੀਂ ਵਾਰ ਸ੍ਰੀ ਭਗਉਤੀ ਜੀ ਕੀ ਜੋ ਚੰਡੀ ਦੀ ਵਾਰ ਹੈ, ਇਹਦਾ ਪਾਠ ਕਰਦੇ ਆਉਣਾ ਹੈ, ਇਹਦਾ ਪਾਠ ਕਰਦੇ ਰਹਿਣਾ ਹੈ। ਕਿਉਂਕਿ ਵੀਰ ਰਸੀ ਰਚਨਾ ਜਦੋਂ ਗੁਰੂ ਕਾ ਖਾਲਸਾ ਪੜ੍ਹੇਗਾ ਤਾਂ ਹੀ ਉਹਦੇ ਵਿੱਚ ਵੀਰ ਰਸ ਦਾ ਸੰਚਾਰ ਹੋਵੇਗਾ ਨਾ, ਤਾਂ ਹੀ ਉਹਦੇ ਵਿੱਚ ਜੰਗ ਯੁੱਧ ਦੇ ਵਿੱਚ ਲੜਨ ਦੀ ਸਮਰੱਥਾ, ਤਾਕਤ ਪੈਦਾ ਹੋਵੇਗੀ। ਇਸ ਕਰਕੇ ਸਤਿਗੁਰੂ ਜੀ ਦੀ ਜੋ ਬੜੀ ਸਾਹਿਤਿਕ ਰਚਨਾ ਹੈ, ਬੜੀ ਉੱਤਮ ਸਿਰਜਣਾ ਹੈ ਚੰਡੀ ਦੀ ਵਾਰ, ਗੁਰੂ ਕੀਆਂ ਸੰਗਤਾਂ ਗੁਰੂ ਕਾ ਹੁਕਮ ਮੰਨਦਿਆਂ ਹੋਇਆਂ ਉਹ ਚੰਡੀ ਦੀ ਵਾਰ ਦਾ ਪਾਠ ਕਰਦੀਆਂ, ਚੰਡੀ ਦੀ ਵਾਰ ਦੀਆਂ ਪੌੜੀਆਂ ਪੜ੍ਹਦੀਆਂ ਹੋਈਆਂ ਆਉਂਦੀਆਂ ਹਨ ਗੁਰੂ ਕੇ ਦਰਸ਼ਨਾਂ ਨੂੰ। ਤੇ ਰਸਤੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਹਮੇਸ਼ਾ ਰੱਖਿਆ ਕਰਦੇ ਹੈ, ਕਿਉਂਕਿ ਗੁਰੂ ਕਾ ਖਾਲਸਾ ਨਾ ਜਿਹੜਾ ਗੁਰੂ ਕੀ ਸੰਗਤ ਹੈ, ਉਹਦੇ ਵਾਸਤੇ ਸਤਿਗੁਰੂ ਸਾਹਿਬ ਜੀ ਦਾ ਇਹ ਹੁਕਮ ਹੈ ਭਾਈ ਕਿ ਜਦੋਂ ਤੁਸੀਂ ਗੁਰੂ ਕੇ ਦਰਸ਼ਨਾਂ ਨੂੰ ਚੱਲੋ ਨਾ ਆਪਣੇ ਘਰ ਤੋਂ, ਤੇ ਰਸਤੇ ਵਿੱਚ ਆਉਂਦਿਆਂ ਦੁਨਿਆਵੀ ਗੱਲਾਂ ਨਾ ਕਰੋ। ਗੁਰੂ ਘਰ ਤੋਂ ਵਾਪਸ ਜਾਓ, ਉਸ ਵੇਲੇ ਵੀ ਦੁਨਿਆਵੀ ਗੱਲਾਂ ਨਾ ਕਰੋ। ਗੁਰੂ ਕੀ ਗੱਲਬਾਤ, ਗੁਰੂ ਕੀ ਵਿਚਾਰ ਤੁਹਾਡੇ ਮੁਖ ਤੋਂ ਹੋਵੇ। ਔਰ ਇਸੇ ਪ੍ਰਕਾਰ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਆਓ, ਵਾਹਿਗੁਰੂ ਵਾਹਿਗੁਰੂ ਜਪਦੇ ਘਰਾਂ ਨੂੰ ਜਾਓ। ਇਹ ਨਹੀਂ ਕਿ ਘਰ ਤੋਂ ਚੱਲੇ, ਗੁਆਂਢੀ ਮਿਲ ਗਿਆ ਤੇ ਰਸਤੇ ਵਿੱਚ ਆਉਂਦਿਆਂ ਸਾਰੇ ਪਿੰਡ ਦੀਆਂ ਚੁਗਲੀਆਂ ਕਰਦੇ ਆਏ, ਆ ਕੇ ਸੰਗਤ ਵਿੱਚ ਬਹਿ ਗਏ। ਇੱਥੋਂ ਜੋ ਸੁਣਿਆ ਇੱਕ ਕੰਨ ਰਾਹੀਂ ਪਾਇਆ, ਦੂਜੇ ਰਾਹੀਂ ਕੱਢਿਆ, ਕੱਪੜੇ ਝਾੜ ਕੇ ਫਿਰ ਘਰ ਨੂੰ ਤੁਰ ਗਏ। ਰਾਹ ਜਾਂਦਿਆਂ ਫਿਰ ਉਹੀ ਗੱਲਾਂ। ਘਰ ਤੋਂ ਆਉਂਦੇ ਆ ਤਾਂ ਗੁਆਂਢੀਆਂ ਦੀਆਂ, ਪਿੰਡ ਵਾਲਿਆਂ ਦੀਆਂ ਚੁਗਲੀਆਂ ਕਰਦੇ ਆਏ। ਤੇ ਇੱਥੋਂ ਚੱਲਿਆ ਤਾਂ ਇੱਥੋਂ ਕਮੇਟੀ ਦੇ ਵਿੱਚ ਆਹ ਨੁਕਸਾ ਹੈ, ਗੁਰਦੁਆਰੇ ਦੇ ਗ੍ਰੰਥੀਆਂ ਵਿੱਚ ਆਹ ਨੁਕਸਾ, ਰਾਗੀਆਂ ਵਿੱਚ ਆਹ ਨੁਕਸਾ ਹੈ, ਕਥਾਵਾਚਕ ਚੰਗਾ ਨਹੀਂ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਰਦੇ, ਲੋਕਾਂ ਦੀਆਂ ਬੁਰਾਈਆਂ ਕਰਦੇ ਕਰਦੇ ਔਗਣ ਨਾ ਆਪਣੇ ਨਾਲ ਬੰਨ੍ਹ ਕੇ ਲੈ ਕੇ ਜਾਈਏ। ਗੁਰੂ ਘਰ ਆਈਏ ਤੇ ਗੁਣਾਂ ਨੂੰ ਪੱਲੇ ਬੰਨ੍ਹ ਕੇ ਲੈ ਕੇ ਜਾਈਏ। ਸਾਂਝ ਕਰੀਜੈ ਗੁਣਹਿ ਕੇਰੀ, ਛੋੜ ਅਵਗੁਣ ਚੱਲੀਐ। ਔਗਣਾਂ ਨੂੰ ਛੱਡ ਦੇਣਾ ਗੁਰੂ ਕੇ ਖਾਲਸੇ ਦੀ ਹੰਸ ਬਿਰਤੀ ਹੈ। ਜਿਵੇਂ ਹੰਸ ਦੁੱਧ ਦੇ ਵਿੱਚ ਆਪਣੀ ਚੁੰਝ ਪਾਉਂਦਾ ਨਾ, ਤੇ ਕੁਦਰਤ ਨੇ ਐਸੀ ਉਹਦੇ 'ਤੇ ਕਿਰਪਾ ਕੀਤੀ, ਐਸੀ ਖਟਾਸ ਉਹਦੀ ਚੁੰਝ ਦੇ ਵਿੱਚ ਪਾਈ ਹੈ। ਉਹ ਜਦੋਂ ਦੁੱਧ ਦੇ ਵਿੱਚ ਆਪਣੀ ਚੁੰਝ ਪਾਉਂਦਾ ਹੈ, ਫੁੱਟੀਆਂ ਵੱਖਰੀਆਂ ਹੋ ਜਾਂਦੀਆਂ, ਪਾਣੀ ਵੱਖਰਾ ਹੋ ਜਾਂਦਾ। ਦੁੱਧ ਦੇ ਫੁੱਟ ਉਹ ਚੁਗ ਲੈਂਦਾ ਵਿੱਚੋਂ, ਤੇ ਪਾਣੀ ਨੂੰ ਉਹ ਛੱਡ ਦਿੰਦਾ। ਇਸੇ ਤਰ੍ਹਾਂ ਗੁਰੂ ਕਾ ਖਾਲਸਾ, ਗੁਰੂ ਕੀ ਸੰਗਤ ਗੁਰੂ ਚਰਨਾਂ ਵਿੱਚ ਆਵੇ, ਗੁਣਾਂ ਦੀ ਸਾਂਝ ਕਰਕੇ ਲੈ ਕੇ ਜਾਵੇ, ਇੱਥੋਂ ਚੰਗੇ ਗੁਣ ਪੱਲੇ ਬੰਨ੍ਹ ਕੇ ਲੈ ਕੇ ਜਾਵੇ। ਤੇ ਰਸਤੇ ਵਿੱਚ ਜਦੋਂ ਆਉਣਾ ਹੈ, ਸਤਿਗੁਰ ਨੇ ਇਹ ਮਿਤ ਮਰਿਆਦਾ ਸਾਰੀਆਂ ਕੱਲੀ ਕੱਲੀ ਗੱਲ ਸਤਿਗੁਰਾਂ ਨੇ ਦੱਸੀ ਹੈ। ਇਹ ਵੱਖਰੀ ਗੱਲ ਹੈ ਵੀ ਅਸੀਂ ਭੁੱਲ ਜਾਂਦੇ ਹਾਂ ਜਾਂ ਅਸੀਂ ਵਿਚਾਰਦੇ ਨਹੀਂ, ਅਸੀਂ ਸੁਣ ਕੇ ਉਹਨੂੰ ਛੱਡ ਦਿੰਦੇ ਹਾਂ, ਪੜ੍ਹ ਕੇ ਛੱਡ ਦਿੰਦੇ ਹਾਂ। ਸਤਿਗੁਰੂ ਨੇ ਤਰੀਕਾ ਦੱਸਿਆ ਭਾਈ ਵੀ ਜਦੋਂ ਗੁਰੂ ਚਰਨਾਂ ਵੱਲ ਤੁਸੀਂ ਆਓ ਨਾ, ਤੇ ਉਸ ਵੇਲੇ ਮਨ ਵਿੱਚ ਸ਼ਰਧਾ ਭਾਵਨਾ ਧਾਰਨ ਕਰਕੇ ਮਾਰਗ ਚਲਤ ਹਰੇ ਹਰ ਗਾਈਐ। ਰਸਤੇ ਵਿੱਚ ਚੱਲਦਿਆਂ ਵਾਹਿਗੁਰੂ ਪਰਮੇਸ਼ਰ ਹਰੀ ਹਰੀ ਜਪਦੇ ਆਉਣਾ ਹੈ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਆਉਣਾ ਹੈ। ਇਸ ਪ੍ਰਕਾਰ ਜਿਹੜੀ ਸੰਗਤ ਗੁਰੂ ਚਰਨਾਂ ਵਿੱਚ ਆਉਂਦੀ ਸੀ, ਵਾਰ ਭਗਉਤੀ ਪਠਨ ਕਰ। ਵਾਰ ਸ੍ਰੀ ਭਗਉਤੀ ਜੀ ਕੀ ਚੰਡੀ ਦੀ ਵਾਰ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸਹਿਸਾਰ ਉਪਾਇਆ। ਸੋ ਇਸ ਪ੍ਰਕਾਰ ਚੰਡੀ ਦੀ ਵਾਰ ਦਾ ਪਾਠ, ਚੰਡੀ ਦੀ ਵਾਰ ਦੀਆਂ ਪੌੜੀਆਂ ਪੜ੍ਹਦੇ ਹੋਏ
ਗੁਰੂ ਕੇ ਖਾਲਸੇ ਗੁਰੂ ਚਰਨਾਂ ਵਿੱਚ ਆਉਂਦੇ ਸਨ। ਸੰਗਤ ਤੁਰ ਸੰਸਾਰ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਹੁਕਮ ਕੀਤਾ ਸੀ ਭਾਈ ਚੰਡੀ ਦੀ ਵਾਰ ਦਾ ਪਾਠ ਪੜ੍ਹ ਕੇ ਵੀਰ ਰਸ ਦੇ ਵਿੱਚ ਆ ਕੇ, ਕਿਉਂਕਿ ਬਹੁਤ ਸਾਰੇ ਰਸ ਹੁੰਦੇ ਆ ਨਾ, 9 ਰਸਾਂ ਦਾ ਜ਼ਿਕਰ ਆਉਂਦਾ ਹੈ। ਵੀਰ ਰਸ ਹੈ, ਵਿਪਤਸ ਰਸ ਹੈ, ਰੋਦਰ ਰਸ ਹੈ, ਹਾਸ ਰਸ ਹੈ, ਕਰੁਣਾ ਰਸ ਹੈ, ਅਨੇਕਾਂ ਪ੍ਰਕਾਰ ਦੇ 9 ਪ੍ਰਕਾਰ ਦੇ ਰਸ ਹੈ, ਵੱਖ-ਵੱਖ ਵੰਨਗੀਆਂ ਹਨ। ਸੋ ਮੈਦਾਨੇ ਜੰਗ ਦੇ ਵਿੱਚ ਇਹ ਵੀਰ ਰਸ, ਵਿਪਤਸ ਰਸ ਇਹ ਦੇਖਣ ਨੂੰ ਮਿਲਦੇ ਹੈ, ਉੱਥੋਂ ਉਪਜਦੇ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀਰ ਰਸ ਨੂੰ ਪੈਦਾ ਕਰਨ ਵਾਸਤੇ ਚੰਡੀ ਦੀ ਵਾਰ ਪੜ੍ਹੋ। ਤੇ ਖਾਲਸਾ ਜੀ ਜਿਹੜੇ ਤੁਰਕ ਹਨ, ਤੁਹਾਡੇ ਤੇ ਹਮਲਾ ਕਰਦੇ ਆ, ਤੁਹਾਨੂੰ ਦੁੱਖ ਦਿੰਦੇ ਆ, ਦੁਸ਼ਟ ਹੈ, ਉਹਨਾਂ ਨੂੰ ਸੱਲ ਦਿਓ, ਉਹਨਾਂ ਨੂੰ ਛਿੱਲ ਦਿਆ ਕਰੋ, ਚੰਗੀ ਤਰ੍ਹਾਂ ਰਗੜਿਆ ਕਰੋ, ਫੜ ਕੇ ਸੋਧਾ ਲਾਇਆ ਕਰੋ ਉਹਨਾਂ ਦਾ। ਸਿੱਖ ਬਨਾਈ ਕਰਕੇ ਆਪ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿੱਖ ਹੈ ਉਹ ਹਮੇਸ਼ਾ ਹੀ ਸ਼ਸਤਰਾਂ ਦੀ ਵਡਿਆਈ ਕਰਦੇ ਹਨ, ਆਪਣੇ ਸ਼ਸਤਰਾਂ ਨੂੰ ਵਡਿਆਉਂਦੇ ਹਨ। ਜਿਹੜੇ ਸ਼ਸਤਰਾਂ ਦੇ ਨਾਲ ਗੁਰੂ ਕੇ ਖਾਲਸੇ ਯੁੱਧ ਕਰਦੇ ਹਨ, ਲੜਾਈ ਕਰਦੇ ਹਨ, ਦੁਸ਼ਮਣਾਂ ਦਾ ਟਾਕਰਾ ਕਰਦੇ ਹਨ, ਉਹਨਾਂ ਦੀ ਵਡਿਆਈ ਗੁਰੂ ਕੇ ਖਾਲਸੇ ਆਪ ਕਰਦੇ ਹਨ। ਤੇ ਇਸੇ ਪ੍ਰਕਾਰ ਦੁਬਾਰਾ ਪੜ੍ਹੋ ਜੀ ਤੋਕੇ ਹੀ ਪਰਮਤਾ ਤੋਂ ਜੀ ਸਿੱਖ ਵਡਾਈ ਕਰਤ ਆਪ। ਜਿਹੜੇ ਸ਼ਸਤਰਧਾਰੀ ਗੁਰੂ ਕੇ ਖਾਲਸੇ ਹਨ ਉਹਨਾਂ ਦੀ ਵਡਿਆਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਕਰਦੇ ਹਨ। ਤੇ ਸ਼ਸਤਰ ਕਰੈ ਬਹੁ ਯੁੱਧ, ਕਿਉਂਕਿ ਗੁਰੂ ਕੇ ਖਾਲਸੇ ਸ਼ਸਤਰ ਧਾਰਨ ਕਰਕੇ ਬਹੁਤ ਯੁੱਧ ਕਰਦੇ ਹਨ, ਜੰਗ ਲੜਦੇ ਹਨ। ਇਸ ਪ੍ਰਕਾਰ ਕਹਿੰਦੇ ਤੁਰਕਾਂ ਦੇ ਨਾਲ ਬਹੁਤ ਜ਼ਿਆਦਾ ਵੱਧਦਾ ਗਿਆ। ਸਾਰੀਆਂ ਸੰਗਤਾਂ ਦਾ ਕ੍ਰੋਧ, ਗੁੱਸਾ, ਵੀਰ ਰਸ ਜਦੋਂ ਕਹਿੰਦੇ ਗੁਰੂ ਕੀਆਂ ਸੰਗਤਾਂ ਦੇ ਨਾਲ ਕੋਈ ਵਾਧਾ ਕਰਦੇ ਆ ਨਾ, ਦੁਸ਼ਮਣ ਵਧੀਕੀ ਹੁੰਦੀ ਹੈ, ਵੱਧਤੀ ਹੁੰਦੀ ਹੈ, ਉਸ ਵੇਲੇ ਕਹਿੰਦੇ ਫਿਰ ਮਰਨ ਮਾਰਨ ਹੋ ਜਾਂਦਾ, ਮਾਰੋ ਮਾਰ ਹੁੰਦੀ ਹੈ ਦੋਵੇਂ ਪਾਸਿਓਂ। ਤੇ ਤੁਰਕੜਿਆਂ ਨੂੰ ਮਾਰ ਦਿੰਦੇ ਹਨ, ਦੁਸ਼ਮਣਾਂ ਨੂੰ ਗੁਰੂ ਕੇ ਖਾਲਸੇ ਮਾਰ ਮਕਾਉਂਦੇ ਹੈ। ਤੇ ਆਪ ਜਿਹੜੇ ਉੱਥੇ ਲੜਦੇ ਹੋਏ ਸਰੀਰ ਤਿਆਗ ਦਿੰਦੇ ਆ, ਉਹ ਕਹਿੰਦੇ ਸਵਰਗਪੁਰੀ ਨੂੰ ਚਲੇ ਜਾਂਦੇ ਆ, ਸ਼ਹੀਦ ਹੋ ਜਾਂਦੇ ਹਨ। ਇਸ ਪ੍ਰਕਾਰ ਕਹਿੰਦੇ ਸਾਰੇ ਜਗਤ ਦਾ, ਸੰਸਾਰ ਭਰ ਦੇ ਸਿੱਖਾਂ ਦਾ ਬਹੁਤ ਹੌਸਲਾ ਵੱਧ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕਿਉਂਕਿ ਵਾਕ ਹੋ ਗਏ ਸਨ, ਸਤਿਗੁਰੂ ਨੇ ਬਚਨ ਕਰ ਦਿੱਤੇ ਸਨ ਕਿ ਤੁਸੀਂ ਸ਼ਸਤਰਧਾਰੀ ਹੋ ਕੇ ਰਹਿਣਾ ਹੈ ਤੇ ਦੁਸ਼ਮਣਾਂ ਦਾ ਮੁਕਾਬਲਾ ਡਟ ਕੇ ਕਰਨਾ ਹੈ। ਇਹ ਸਤਿਗੁਰਾਂ ਦੇ ਵਾਕ ਹੋ ਗਏ ਸਨ। ਫਿਰ ਭਾਈ ਜਿਹੜੇ ਪਿਆਰਿਆਂ ਦੇ ਪਿਆਰੇ ਹੈ, ਮਿੱਤਰਾਂ ਦੇ ਮਿੱਤਰ ਹੈ, ਜਿਹੜੇ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਹੈ, ਜਿਨ੍ਹਾਂ ਦੀ ਇੱਕ ਦੂਜੇ ਦੇ ਨਾਲ ਦੋਸਤੀ ਹੈ, ਮਿੱਤਰਤਾ ਹੈ, ਉਸ ਵੇਲੇ ਕਹਿੰਦੇ ਸਾਰੇ ਇਹ ਇੱਕ ਦੂਜੇ ਤੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਸੁਣ ਕੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਸ਼ਸਤਰਧਾਰੀ ਅੰਮ੍ਰਿਤਧਾਰੀ ਹੋਣ ਦੇ ਬਚਨ ਇੱਕ ਦੂਜੇ ਤੋਂ ਹੀ ਸੁਣ ਕੇ, ਹਾਲਾਂਕਿ ਉਹ ਗੁਰੂ ਕੇ ਦਰਸ਼ਨ ਉਹਨਾਂ ਨੇ ਨਹੀਂ ਕੀਤੇ, ਪਿਆਰਿਆਂ ਨੇ ਪਿਆਰਿਆਂ ਤੋਂ ਸੁਣੇ, ਮਿੱਤਰਾਂ ਨੇ ਮਿੱਤਰਾਂ ਤੋਂ ਸੁਣੇ। ਬਹੁਤ ਸਾਰੀਆਂ ਸੰਗਤਾਂ ਸੰਸਾਰ ਭਰ ਦੇ ਵਿੱਚ ਅੰਮ੍ਰਿਤ ਛਕ ਕੇ, ਸਿੰਘ ਸਜ ਕੇ, ਸ਼ਸਤਰਧਾਰੀ ਹੋ ਕੇ ਤਿਆਰ ਬਰ ਤਿਆਰ ਹੋਣ ਲੱਗ ਪਈਆਂ। ਤੇ ਉਸ ਵੇਲੇ ਜਦੋਂ ਸਤਿਗੁਰਾਂ ਦਾ ਤੇਜ ਪ੍ਰਤਾਪ ਐਸਾ ਵਰਤਿਆ ਤਾਂ ਜਿਹੜੇ ਭਲੇ ਸਨ ਨਾ ਸਾਧ ਸੰਗਤ ਜੀ, ਭਲੇ ਬੁਰੇ ਬਿਦਤੈ ਦੁਰੇ, ਭਲੇ ਪੁਰਸ਼ ਸਨ ਜਿਹੜੇ ਉਹ ਪ੍ਰਗਟ ਹੋਣ ਲੱਗੇ ਸੰਸਾਰ ਦੇ ਵਿੱਚ। ਤੇ ਜਿਹੜੇ ਬੁਰੇ ਲੋਕ ਸਨ, ਭਲੇ ਤਾਂ ਬਿਦਤੈ ਪ੍ਰਗਟ ਹੋਣ ਲੱਗੇ, ਬੁਰੇ ਦੁਰੈ, ਜਿਹੜੇ ਬੁਰੇ ਲੋਕ ਸਨ ਉਹ ਲੁਕਣ ਛੁਪਣ ਲੱਗ ਪਏ। ਹਾਂ, ਜਦੋਂ ਜੰਗ ਹੁੰਦਾ, ਲੜਾਈ ਹੁੰਦੀ ਹੈ, ਕਿਤੇ ਹਰਖ ਹੁੰਦਾ, ਖੁਸ਼ੀ ਹੁੰਦੀ ਹੈ, ਕਿਤੇ ਸੋਗ। ਜਦੋਂ ਕੋਈ ਕਿਸੇ ਪਰਿਵਾਰ ਦਾ ਮੈਂਬਰ ਉਹ ਮੈਦਾਨੇ ਜੰਗ ਵਿੱਚ ਜਾਂ ਦੁਸ਼ਮਣਾਂ ਨਾਲ ਜੂਝਦਾ, ਚੜ੍ਹਾਈ ਕਰ ਜਾਂਦਾ, ਸ਼ਹੀਦ ਹੋ ਜਾਂਦਾ, ਫਿਰ ਘਰਾਂ ਵਿੱਚ ਸੋਗ ਹੁੰਦਾ ਹੈ। ਜਦੋਂ ਦੁਸ਼ਮਣਾਂ ਨੂੰ ਮਾਰ ਆਉਂਦੇ ਆ ਉਸ ਵੇਲੇ ਹਰਖ ਖੁਸ਼ੀ ਹੁੰਦੀ ਹੈ। ਤੇ ਜਦੋਂ ਸਤਿਗੁਰਾਂ ਦਾ ਤੇਜ ਪ੍ਰਤਾਪ ਐਸਾ ਵਰਤਿਆ ਤਾਂ ਖਾਲਸਾ ਜੀ ਜਿਹੜੇ ਭਲੇ ਲੋਕ ਸਨ ਉਹਨਾਂ ਦਾ ਪ੍ਰਕਾਸ਼ ਹੋਇਆ, ਉਹ ਦੁਨੀਆ ਵਿੱਚ ਪ੍ਰਗਟ ਹੋਏ, ਖਾਲਸੇ ਹੀ ਖਾਲਸੇ ਨਜ਼ਰ ਆਉਣ ਲੱਗ ਪਏ। ਬੁਰੇ ਜਿਹੜੇ ਸਨ ਉਹ ਦੁਰੈ, ਉਹ ਦੁਰਤ ਹੋ ਗਏ। ਉਹ ਜਿਹੜੇ ਬੁਰੇ ਸਨ
ਉਹ ਅਲੋਪ ਹੋ ਗਏ। ਕਿਉਂਕਿ ਜਦੋਂ ਸੱਚ ਦਾ ਸੂਰਜ ਚੜ੍ਹ ਜਾਵੇ ਤਾਂ ਉਸ ਵੇਲੇ ਗੁਰਮੁਖ ਪਿਆਰੋ ਜਿਹੜੇ ਬੁਰੇ ਲੋਕਾਂ ਨੂੰ ਤਾਂ ਭਾਜੜ ਪੈ ਜਾਂਦੀ ਹੈ ਨਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹੈ, ਚੜ੍ਹਦਾ ਸੂਰਜ ਦੇਖ ਕੇ ਉੱਲੂ ਘਬਰਾਵੇ। ਜਦੋਂ ਸੂਰਜ ਚੜ੍ਹ ਜਾਂਦਾ ਹੈ, ਬਾਕੀ ਸਾਰੇ ਸੰਸਾਰ ਦੇ ਜੀਵ ਹੈ ਜਿਹੜੇ ਉਹ ਖੁਸ਼ ਹੁੰਦੇ ਹੈ। ਭਲੇ ਇਨਸਾਨ ਉੱਠਦੇ ਹੈ ਵੀ ਅੰਮ੍ਰਿਤ ਵੇਲਾ ਹੋ ਗਿਆ, ਵੀ ਸੂਰਜ ਚੜ੍ਹਨ ਲੱਗਿਆ, ਆਪਾਂ ਇਸ਼ਨਾਨ ਕਰ ਲਈਏ, ਬਾਣੀ ਦਾ ਜਾਪ ਕਰ ਲਈਏ। ਪਰ ਜਿਹੜੇ ਮਾੜੇ ਲੋਕ ਹੈ, ਚੋਰ ਚਕਾਰ ਹੈ, ਉਹ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਦਿਨ ਨਾ ਹੀ ਚੜ੍ਹੇ, ਸਾਡਾ ਰਾਤ ਦੇ ਟਾਈਮ ਦੇ ਵਿੱਚ ਕੰਮ ਚੱਲਦਾ ਰਹੇ ਚੋਰੀਆਂ ਚਕਾਰੀਆਂ ਦਾ। ਸੋ ਉਹ ਜਿਹੜੇ ਹੈ ਉਹ ਦਿਨ ਚੜ੍ਹਨ ਦੇ ਨਾਲ ਉਹ ਛੁਪ ਜਾਂਦੇ ਹੈ ਅਤੇ ਭਲੇ ਲੋਕ ਜਿਹੜੇ ਪ੍ਰਗਟ ਹੋ ਜਾਂਦੇ। ਇਸੇ ਤਰ੍ਹਾਂ ਸਤਿਗੁਰਾਂ ਦਾ ਜਦੋਂ ਤੇਜ ਪ੍ਰਤਾਪ ਰੂਪੀ ਦਿਨ ਚੜ੍ਹਿਆ, ਸੂਰਜ ਚੜ੍ਹਿਆ, ਤਾਂ ਉਸ ਵੇਲੇ ਜਿਹੜੇ ਮਾੜੇ ਲੋਕ ਸਨ ਉਹ ਛੁਪ ਗਏ, ਲੁਕ ਗਏ, ਅਤੇ ਜਿਹੜੇ ਭਲੇ ਸਨ ਉਹ ਪ੍ਰਗਟ ਹੋ ਗਏ। ਅਤੇ ਇਸੇ ਤਰ੍ਹਾਂ ਕਿਤੇ ਖੁਸ਼ੀ ਦੀ ਲਹਿਰ ਹੈ ਅਤੇ ਕਿਤੇ ਸੋਗ ਅਫਸੋਸ ਹੈ। ਬਹੁਤ ਸਾਰੇ ਗੁਰੂ ਕੇ ਸਿੱਖ ਔਰ ਹਿਰਦੇ ਦੇ ਵਿੱਚ ਸਤਿਗੁਰਾਂ ਦਾ ਸਿਦਕ ਵਸਾ ਕੇ ਵਿਸ਼ਵਾਸ ਕਰਕੇ ਸਤਿਗੁਰਾਂ 'ਤੇ ਗੁਰੂ ਕਾ ਨਾਮ ਜਪਦੇ ਹਨ। ਇਸ ਪ੍ਰਕਾਰ ਅਧਿਕ ਪ੍ਰਸਾਦ, ਬਹੁਤ ਸਾਰੀ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਦੀ ਹੋ ਰਹੀ ਹੈ। ਗੁਰੂ ਕੀਆਂ ਸੰਗਤਾਂ, ਗੁਰੂ ਕਾ ਖਾਲਸਾ ਆ ਕੇ ਸੁਭਾਏਮਾਨ ਸਤਿਗੁਰੂ ਜੀ ਦੇ ਚਰਨਾਂ 'ਤੇ ਪੈਂਦਾ ਨਮਸਕਾਰ ਕਰਦਾ ਹੈ। ਅਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਜਿਹੜਾ ਜਿਹੜਾ ਵੀ ਉਹਨਾਂ ਦੀ ਚਰਨ ਸ਼ਰਨ ਆ ਜਾਂਦਾ, ਸਾਰੇ ਸੰਸਾਰ ਦੇ ਹੀ ਵਿਖਾਦ, ਝਗੜੇ ਝੇੜੇ ਦੁੱਖ ਸਤਿਗੁਰੂ ਜੀ ਦੂਰ ਕਰਦੇ ਹਨ। ਸੋ ਇੱਥੋਂ ਜਿਹੜਾ ਥੋੜ੍ਹਾ ਜਿਹਾ ਅਗਲਾ ਪ੍ਰਸੰਗ ਸ਼ੁਰੂ ਹੋ ਜਾਏਗਾ ਸਾਲ ਪੱਤਰ ਵਾਲਾ। ਸੋ ਇਹ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਵਿਚਾਰ ਲਵਾਂਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਜ ਦੀ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਕਿਰਪਾ ਕਰਨ, ਸਮੱਤ ਬਖਸ਼ਿਸ਼ ਕਰਕੇ ਆਪ ਜੀ ਦੇ ਚਰਨਾਂ ਦੀ ਸੇਵਾ ਇਸੇ ਪ੍ਰਕਾਰ ਲੈਂਦੇ ਰਹਿਣ। ਆਪ ਜੀ ਸਤਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਜ਼ਰੂਰ ਕਰਿਆ ਕਰੋ ਕਿ ਸਤਿਗੁਰੂ ਜੀ ਆਪ ਕਿਰਪਾ ਕਰਕੇ ਸੇਵਾ ਲੈਣ, ਸਮੱਤ ਬਖਸ਼ਿਸ਼ ਕਰਨ, ਵਿਦਿਆ ਦਾਨ ਬਖਸ਼ਿਸ਼ ਕਰਨ। ਸੋ ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਗੁਰਫਤਿਹ ਦੀ ਸਾਂਝ ਕਰਾਂਗੇ, ਫਿਰ ਅਰਦਾਸ ਵਿੱਚ ਹਾਜ਼ਰ ਹੋਈਏ ਜੀ। ਸ੍ਰੀ ਗੁਰ ਕੇ ਪਾਇਨ ਪਰੈ ਨਿਤੈ ਜਗਤ ਵਿਖਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।